ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਪਾਠ ਨੰਬਰ 7 ਸਮਾਨਤਾ ਦਾ ਅਰਥ, ਵਿਸ਼ੇਸ਼ਤਾਵਾਂ ਅਤੇ ਕਿਸਮਾਂ, ਜਮਾਤ 11ਵੀਂ, ਵਿਸ਼ਾ ਰਾਜਨੀਤੀ ਸ਼ਾਸਤਰ। 11ਵੀਂ ਜਮਾਤ ਦਾ ਇਹ ਮਹੱਤਵਪੂਰਨ ਟੌਪਿਕ ਹੈ, ਜਿਹੜਾ ਕਿ ਅੱਗੇ ਸਾਡੇ ਆਉਣ ਵਾਲੇ ਸਮੇਂ ਵਿੱਚ ਵੀ ਕੰਮ ਆਉਂਦਾ ਰਹੂਗਾ। ਵੀ ਸਮਾਨਤਾ ਦਾ ਅਰਥ ਕੀ ਹੁੰਦਾ ਹੈਗਾ। ਤੇ ਸ਼ੁਰੂ ਕਰਦੇ ਆਪਾਂ। ਠੀਕ ਹੈ, ਆਹ ਦੇਖ ਸਕਦੇ ਆਪਾਂ ਪਿਕਚਰ ਦੇ ਵਿੱਚ ਵੀ ਸਾਰਿਆਂ ਨੂੰ ਕੀ ਹੈਗਾ ਉਹ ਬਰਾਬਰ ਦੇਖਿਆ ਜਾਂਦਾ ਹੈਗਾ। ਤਾਂ ਦੇਖ ਸਕਦੇ ਆਪਾਂ ਇਕੁਅਲਿਟੀ ਆਫ ਆਲ। ਸ਼ੁਰੂ ਕਰਦੇ ਹਾਂ। ਭੂਮਿਕਾ। ਸਮਾਨਤਾ ਲੋਕਤੰਤਰੀ ਪ੍ਰਣਾਲੀ ਦੇ ਥੰਮਾਂ ਵਿੱਚੋਂ ਇੱਕ ਹੈ। ਇਹ ਇੱਕ ਅਜਿਹਾ ਆਦਰਸ਼ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਅੱਜ ਤੱਕ ਮਨੁੱਖ ਨੇ ਅਨੇਕਾਂ ਸੰਘਰਸ਼ ਕੀਤੇ ਹਨ। 1976 ਵਿੱਚ ਅਮਰੀਕਾ ਦੀ ਸੁਤੰਤਰਤਾ ਦੀ ਘੋਸ਼ਣਾ ਵਿੱਚ ਕਿਹਾ ਗਿਆ, ਅਸੀਂ ਇਸ ਸੱਚਾਈ ਨੂੰ ਪੂਰਨ ਤੌਰ 'ਤੇ ਸਵੀਕਾਰ ਕਰਦੇ ਹਾਂ ਕਿ ਸਭ ਮਨੁੱਖ ਸਮਾਨ ਬਣਾਏ ਗਏ ਹਨ। ਇਸੇ ਤਰ੍ਹਾਂ ਹੀ 1999 ਵਿੱਚ 1799 ਈਸਵੀ ਦੀ ਫਰਾਂਸੀਸੀ ਕ੍ਰਾਂਤੀ ਪਿੱਛੋਂ ਫਰਾਂਸ ਦੀ ਰਾਸ਼ਟਰੀ ਅਸੈਂਬਲੀ ਨੇ ਮਨੁੱਖੀ ਅਧਿਕਾਰਾਂ ਦੀ ਜੋ ਘੋਸ਼ਣਾ ਕੀਤੀ, ਉਸ ਵਿੱਚ ਕਿਹਾ ਗਿਆ ਹੈ ਕਿ ਮਨੁੱਖ ਸੁਤੰਤਰ ਪੈਦਾ ਹੋਏ ਹਨ ਅਤੇ ਉਹ ਅਧਿਕਾਰਾਂ ਦੇ ਸੰਬੰਧ ਵਿੱਚ ਸਦਾ ਸੁਤੰਤਰ ਅਤੇ ਸਮਾਨ ਰਹਿੰਦੇ ਹਨ। ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਿਸ਼ਚਾ ਪ੍ਰਗਟ ਕੀਤਾ ਗਿਆ ਹੈ ਕਿ ਸੁਤੰਤਰਤਾ, ਸਮਾਨਤਾ, ਭਰਾਤਰੀ ਭਾਵ ਸਾਡਾ ਮੁੱਖ ਆਦਰਸ਼ ਹੈ। ਸਮਾਨਤਾ ਦਾ ਅਰਥ। ਸਧਾਰਨ ਸ਼ਬਦਾਂ ਵਿੱਚ ਸਮਾਨਤਾ ਦਾ ਅਰਥ ਲਿਆ ਜਾਂਦਾ ਹੈ ਕਿ ਹਰ ਵਿਅਕਤੀ ਹਰ ਖੇਤਰ ਵਿੱਚ ਸਮਾਨ ਹੈ। ਲਾਸਕੀ ਨੇ ਕਿਹਾ ਹੈ ਕਿ ਸਮਾਨਤਾ ਦਾ ਪਹਿਲਾ ਅਰਥ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ ਹੈ ਅਤੇ ਇਸ ਦਾ ਦੂਸਰਾ ਅਰਥ ਸਾਰੇ ਲੋਕਾਂ ਨੂੰ ਵਿਕਾਸ ਕਰਨ ਲਈ ਯੋਗ ਅਵਸਰ ਪ੍ਰਾਪਤ ਹੋਣੇ ਹਨ। ਸੰਖੇਪ ਵਿੱਚ ਸਮਾਨਤਾ ਦਾ ਭਾਵ ਹੈ ਜਨਮ, ਧਰਮ, ਨਸਲ, ਰੰਗ ਆਦਿ ਦੇ ਆਧਾਰ ਉੱਪਰ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ। ਬਿਨਾਂ ਕਿਸੇ ਭੇਦਭਾਵ ਦੇ ਸਾਰੇ ਵਿਅਕਤੀਆਂ ਨੂੰ ਸਮਾਨ ਅਧਿਕਾਰਾਂ ਦੀ ਪ੍ਰਾਪਤੀ। ਸਾਰੇ ਵਿਅਕਤੀਆਂ ਨੂੰ ਆਪਣਾ ਸਰਬਉੱਤਮ ਵਿਕਾਸ ਕਰਨ ਲਈ ਯੋਗ ਅਤੇ ਸਮਾਨ ਅਵਸਰਾਂ ਦੀ ਉਪਲਬਧਤਾ। ਸਮਾਨਤਾ ਦੀ ਪਰਿਭਾਸ਼ਾ। ਲਾਸਕੀ ਅਨੁਸਾਰ ਜੋ ਵੀ ਅਧਿਕਾਰ ਦੂਸਰੇ ਮਨੁੱਖ ਨੂੰ ਨਾਗਰਿਕ ਹੋਣ ਦੇ ਨਾਤੇ ਪ੍ਰਾਪਤ ਹਨ, ਉਹ ਅਧਿਕਾਰ ਮੈਨੂੰ ਵੀ ਉਸੇ ਸੀਮਾ ਤੱਕ ਪ੍ਰਾਪਤ ਹੋਣੇ ਚਾਹੀਦੇ ਹਨ। ਬਾਰਕਰ ਅਨੁਸਾਰ ਸਮਾਨਤਾ ਦੇ ਸਿਧਾਂਤ ਦਾ ਅਰਥ ਹੈ ਕਿ ਅਧਿਕਾਰਾਂ ਦੇ ਰੂਪ ਵਿੱਚ ਜੋ ਸਹੂਲਤਾਂ ਮੈਨੂੰ ਪ੍ਰਾਪਤ ਹਨ, ਉਹ ਉਸੇ ਰੂਪ ਵਿੱਚ ਦੂਸਰਿਆਂ ਨੂੰ ਪ੍ਰਾਪਤ ਹੋਣਗੀਆਂ ਅਤੇ ਜੋ ਅਧਿਕਾਰ ਦੂਸਰਿਆਂ ਨੂੰ ਦਿੱਤੇ ਗਏ ਹਨ, ਉਹ ਮੈਨੂੰ ਵੀ ਦਿੱਤੇ ਜਾਣਗੇ। ਆਹ ਦੇਖ ਸਕਦੇ ਰਹੇ ਆਪਾਂ ਇੱਧਰ ਪਿਕਚਰ ਦੇ ਵਿੱਚ ਵੀ ਹਰੇਕ ਧਰਮ ਦਾ ਜਿਹੜਾ ਇਕੁਅਲਿਟੀ ਸਾਰਿਆਂ ਨੇ ਸਮਾਨ ਨੇ। ਸਮਾਨਤਾ ਦੀਆਂ ਵਿਸ਼ੇਸ਼ਤਾਵਾਂ। ਸਾਰੇ ਲੋਕਾਂ ਲਈ ਸਮਾਨ ਅਧਿਕਾਰਾਂ ਦੀ ਵਿਵਸਥਾ ਸਮਾਨਤਾ ਦੀ ਧਾਰਨਾ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ। ਜਨਮ, ਜਾਤੀ, ਧਰਮ, ਲਿੰਗ ਜਾਂ ਕਿਸੇ ਹੋਰ ਅਜਿਹੇ ਆਧਾਰਾਂ 'ਤੇ ਮਨੁੱਖ ਵਿਤਕਰੇ ਦੀ ਅਣਹੋਂਦ ਸਮਾਨਤਾ ਦੀ ਮੁੱਖ ਮਹੱਤਵਪੂਰਨ ਵਿਸ਼ੇਸ਼ਤਾ ਹੈ। ਸਾਰੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਹੋਣੀ ਜ਼ਰੂਰੀ ਹੈ। ਸਮਾਨਤਾ ਦੀਆਂ ਕਿਸਮਾਂ। ਕੁਦਰਤੀ ਸਮਾਨਤਾ, ਸਮਾਜਿਕ ਸਮਾਨਤਾ, ਰਾਜਨੀਤਿਕ ਸਮਾਨਤਾ, ਆਰਥਿਕ ਸਮਾਨਤਾ, ਨਾਗਰਿਕ ਸਮਾਨਤਾ।
ਕੁਦਰਤੀ ਸਮਾਨਤਾ ਦਾ ਅਰਥ ਹੈ ਕਿ ਕੁਦਰਤ ਨੇ ਹਰ ਵਿਅਕਤੀ ਨੂੰ ਸਮਾਨ ਪੈਦਾ ਕੀਤਾ ਹੈ। ਇਸ ਲਈ ਹਰ ਖੇਤਰ ਵਿੱਚ ਵਿਅਕਤੀ ਸਮਾਨ ਹੋਣਾ ਚਾਹੀਦਾ ਹੈ। ਪਰ ਇਹ ਵਿਚਾਰ ਠੀਕ ਨਹੀਂ ਹੈ ਕਿਉਂਕਿ ਕੁਦਰਤ ਨੇ ਹੀ ਮਨੁੱਖਾਂ ਵਿੱਚ ਭਿੰਨਤਾ ਬਣਾਈ ਹੈ। ਸ਼ਕਤੀ, ਬੁੱਧੀ, ਸਿਆਣਪ, ਕੰਮ ਕਰਨ ਦੀ ਯੋਗਤਾ ਆਦਿ ਤੋਂ ਅਸੀਂ ਇੱਕ ਦੂਸਰੇ ਤੋਂ ਵੱਖ ਹਾਂ। ਆਧੁਨਿਕ ਕਾਲ ਵਿੱਚ ਕੁਦਰਤੀ ਸਮਾਨਤਾ ਤੋਂ ਭਾਵ ਕੁਦਰਤੀ ਅਸਮਾਨਤਾ ਨੂੰ ਤਾਂ ਪ੍ਰਵਾਨ ਕੀਤਾ ਹੈ, ਪਰ ਮਨੁੱਖ ਦੇ ਬਣਾਏ ਹੋਏ ਭੇਦ-ਭਾਵ ਦੀ ਵਿਰੋਧਤਾ ਕੀਤੀ ਜਾਂਦੀ ਹੈ। ਸਮਾਜਿਕ ਸਮਾਨਤਾ ਦਾ ਅਰਥ ਹੈ ਕਿ ਸਮਾਜ ਵਿੱਚ ਸਭ ਵਿਅਕਤੀਆਂ ਨੂੰ ਬਰਾਬਰ ਸਮਝਿਆ ਜਾਣਾ ਚਾਹੀਦਾ ਹੈ। ਕਿਸੇ ਵਿਅਕਤੀ ਨਾਲ ਧਰਮ, ਜਾਤੀ, ਰੰਗ, ਨਸਲ, ਲਿੰਗ ਜਾਂ ਸਮਾਜਿਕ ਰੁਤਬੇ ਦੇ ਆਧਾਰ 'ਤੇ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਨਾ ਹੀ ਕਿਸੇ ਵਿਅਕਤੀ ਨੂੰ ਇਹਨਾਂ ਵਿੱਚੋਂ ਕਿਸੇ ਆਧਾਰ ਦੇ ਕਾਰਨ ਸਮਾਜ ਵਿੱਚ ਕੋਈ ਵਿਸ਼ੇਸ਼ ਮਹੱਤਵ ਮਿਲਣਾ ਚਾਹੀਦਾ ਹੈ। ਸਮਾਜ ਵਿੱਚ ਸਭ ਦੀ ਸਥਿਤੀ ਸਮਾਨ ਹੈ ਅਤੇ ਸਭ ਨੂੰ ਇੱਕੋ ਜਿਹੇ ਕਾਨੂੰਨੀ ਅਧਿਕਾਰ ਪ੍ਰਾਪਤ ਹਨ। ਰਾਜਨੀਤਿਕ ਸਮਾਨਤਾ ਦਾ ਅਰਥ ਇਹ ਹੈ ਕਿ ਸਾਰੇ ਨਾਗਰਿਕਾਂ ਨੂੰ ਸਮਾਨ ਰੂਪ ਵਿੱਚ ਰਾਜਨੀਤਿਕ ਅਧਿਕਾਰ ਪ੍ਰਾਪਤ ਹੋਣ। ਵੋਟ ਦੇਣਾ, ਚੋਣਾਂ ਲੜਨ, ਸਰਕਾਰੀ ਪਦਵੀ ਪ੍ਰਾਪਤ ਕਰਨ, ਸਰਕਾਰ ਦੀ ਆਲੋਚਨਾ ਕਰਨ, ਉਜਰਦਾਰੀ ਦਾ ਅਧਿਕਾਰ ਆਦਿ ਰਾਜਨੀਤਿਕ ਅਧਿਕਾਰ ਹਨ। ਇਹ ਸਮਾਨਤਾ ਤਾਂ ਹੀ ਹੋ ਸਕਦੀ ਹੈ ਜੇ ਬਾਲਗ ਮਤ ਅਧਿਕਾਰ ਹੋਵੇ। ਜਿਸ ਦੇਸ਼ ਵਿੱਚ ਇਹ ਅਧਿਕਾਰ ਸਾਰੇ ਨਾਗਰਿਕਾਂ ਨੂੰ ਸਮਾਨ ਰੂਪ ਵਿੱਚ ਨਹੀਂ ਦਿੱਤੇ ਜਾਂਦੇ, ਉੱਥੇ ਰਾਜਨੀਤਿਕ ਸਮਾਨਤਾ ਕਾਇਮ ਨਹੀਂ ਹੋ ਸਕਦੀ। ਆਰਥਿਕ ਸਮਾਨਤਾ ਤੋਂ ਭਾਵ ਹਰ ਵਿਅਕਤੀ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਹੋਵੇ। ਹਰ ਵਿਅਕਤੀ ਨੂੰ ਕੰਮ ਕਰਨ ਦੇ ਬਰਾਬਰ ਅਤੇ ਉਚਿਤ ਮੌਕੇ ਪ੍ਰਦਾਨ ਕੀਤੇ ਜਾਣ। ਲਾਸਕੀ ਦੇ ਅਨੁਸਾਰ, ਮੈਨੂੰ ਕੇਕ ਖਾਣ ਦਾ ਕੋਈ ਅਧਿਕਾਰ ਨਹੀਂ ਜੇ ਮੇਰਾ ਗੁਆਂਢੀ ਰੋਟੀ ਤੋਂ ਬਿਨਾਂ ਰਹਿੰਦਾ ਹੈ। ਆਰਥਿਕ ਸਮਾਨਤਾ ਨੂੰ ਕਾਇਮ ਕਰਨ ਲਈ ਆਰਥਿਕ ਲੁੱਟ-ਖਸੁੱਟ ਨੂੰ ਰੋਕਣਾ ਜ਼ਰੂਰੀ ਹੈ ਤਾਂ ਜੋ ਅਮੀਰ ਗਰੀਬਾਂ ਦਾ ਸ਼ੋਸ਼ਣ ਨਾ ਕਰ ਸਕਣ ਅਤੇ ਕਿਸੇ ਵਿਅਕਤੀ ਨੂੰ ਲੋੜ ਤੋਂ ਵੱਧ ਧਨ ਇਕੱਠਾ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਨਾਗਰਿਕ ਸਮਾਨਤਾ ਦਾ ਦੂਜਾ ਨਾਂ ਕਾਨੂੰਨੀ ਸਮਾਨਤਾ ਹੈ। ਇਸ ਦਾ ਭਾਵ ਸਭ ਵਿਅਕਤੀਆਂ ਨੂੰ ਨਾਗਰਿਕ ਅਧਿਕਾਰ ਬਰਾਬਰ ਮਿਲਣੇ ਚਾਹੀਦੇ ਹਨ। ਜੀਵਨ ਦਾ ਅਧਿਕਾਰ, ਸੰਪੱਤੀ ਦਾ ਅਧਿਕਾਰ, ਘੁੰਮਣ ਫਿਰਨ ਦਾ ਅਧਿਕਾਰ ਆਦਿ ਨਾਗਰਿਕ ਅਧਿਕਾਰ ਹਨ। ਅਜਿਹੇ ਅਧਿਕਾਰ ਸਭ ਵਿਅਕਤੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਸਮਾਨ ਰੂਪ ਵਿੱਚ ਦਿੱਤੇ ਜਾਣੇ ਚਾਹੀਦੇ ਹਨ। ਕਾਨੂੰਨ ਜਾਤ, ਧਰਮ, ਨਸਲ, ਲਿੰਗ ਦੇ ਆਧਾਰ 'ਤੇ ਕਿਸੇ ਦੋਸ਼ੀ ਨਾਲ ਕੋਈ ਵਿਤਕਰਾ ਨਹੀਂ ਕਰਦਾ। ਦੇਸ਼ ਵਿੱਚ ਕਾਨੂੰਨ ਦਾ ਸ਼ਾਸਨ ਹੋਵੇ ਅਤੇ ਸਭ ਨਾਗਰਿਕ ਕਾਨੂੰਨ ਦੀ ਨਜ਼ਰ ਵਿੱਚ ਸਮਾਨ ਹਨ। ਸੁਤੰਤਰਤਾ ਅਤੇ ਸਮਾਨਤਾ ਵਿੱਚ ਸੰਬੰਧ। ਸੁਤੰਤਰਤਾ ਅਤੇ ਸਮਾਨਤਾ ਦੇ ਆਪਸੀ ਸੰਬੰਧਾਂ ਦੇ ਸੰਬੰਧ ਵਿੱਚ ਵੱਖ-ਵੱਖ ਵਿਦਵਾਨਾਂ ਦੇ ਭਿੰਨ-ਭਿੰਨ ਵਿਚਾਰ ਹਨ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਸੁਤੰਤਰਤਾ ਅਤੇ ਸਮਾਨਤਾ ਇੱਕ ਦੂਜੇ ਦੇ ਪਰਸਪਰ ਵਿਰੋਧੀ ਹਨ ਅਤੇ ਦੂਜੇ ਪਾਸੇ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਸੁਤੰਤਰਤਾ ਅਤੇ ਸਮਾਨਤਾ ਇੱਕ ਦੂਜੇ ਦੇ
ਸਹਿਯੋਗੀ ਹਨ। ਸੁਤੰਤਰਤਾ ਅਤੇ ਸਮਾਨਤਾ ਇੱਕ ਦੂਸਰੇ ਦੇ ਵਿਰੋਧੀ ਹਨ। ਅਸੀਂ ਸਮਾਨਤਾ ਕਾਇਮ ਕਰਨ ਲਈ ਯਤਨ ਕਰਦੇ ਹਾਂ ਕਿ ਜਿਸ ਦੇ ਨਤੀਜੇ ਵਜੋਂ ਸੁਤੰਤਰਤਾ ਨਸ਼ਟ ਹੁੰਦੀ ਹੈ। ਅਸੀਂ ਯੋਗ ਅਤੇ ਅਯੋਗ ਵਿਅਕਤੀਆਂ ਨੂੰ ਇੱਕ ਹੀ ਪੱਧਰ 'ਤੇ ਲਿਆਉਣ ਦਾ ਯਤਨ ਕਰਦੇ ਹਾਂ, ਜਿਸ ਦੇ ਫਲਸਰੂਪ ਯੋਗ ਵਿਅਕਤੀਆਂ ਦੀ ਸੁਤੰਤਰਤਾ ਨਸ਼ਟ ਹੁੰਦੀ ਹੈ। ਲਾਰਡ ਐਕਟਨ ਦੇ ਅਨੁਸਾਰ ਸਮਾਨਤਾ ਦੀ ਲਾਲਸਾ ਨੇ ਸੁਤੰਤਰਤਾ ਦੀ ਆਸ਼ਾ ਨੂੰ ਵਿਅਰਥ ਕਰ ਦਿੱਤਾ ਹੈ। ਜਿਹੜੇ ਵਿਚਾਰਕ ਇਸ ਵਿਚਾਰ ਦੇ ਸਮਰਥਕ ਹਨ, ਉਹ ਇਸ ਦੇ ਹੱਕ ਵਿੱਚ ਹੇਠ ਲਿਖੀਆਂ ਦਲੀਲਾਂ ਦਿੰਦੇ ਹਨ। ਕੁਦਰਤ ਨੇ ਸਾਰੇ ਮਨੁੱਖਾਂ ਨੂੰ ਸਮਾਨ ਨਹੀਂ ਬਣਾਇਆ। ਯੋਗ ਵਿਅਕਤੀਆਂ ਨੂੰ ਆਪਣੀ ਯੋਗਤਾ ਦਿਖਾਉਣ ਦਾ ਮੌਕਾ ਨਹੀਂ ਮਿਲਦਾ। ਸਮਾਨ ਸੁਤੰਤਰਤਾ ਦਾ ਸਿਧਾਂਤ ਗਲਤ ਹੈ। ਸੁਤੰਤਰਤਾ ਸਮਾਨਤਾ ਨੂੰ ਨਸ਼ਟ ਕਰਦੀ ਹੈ। ਆਰਥਿਕ ਸੁਤੰਤਰਤਾ ਅਤੇ ਸਮਾਨਤਾ ਵਿਰੋਧੀ ਹਨ। ਸੁਤੰਤਰਤਾ ਅਤੇ ਸਮਾਨਤਾ ਇੱਕ ਦੂਸਰੇ ਦੇ ਵਿਰੋਧੀ ਨਹੀਂ ਹਨ। ਪ੍ਰੋਫੈਸਰ R.H. ਟੋਨੀ ਅਨੁਸਾਰ ਸਮਾਨਤਾ ਦੀ ਇੱਕ ਵੱਡੀ ਮਾਤਰਾ ਸੁਤੰਤਰਤਾ ਦੀ ਵਿਰੋਧੀ ਨਹੀਂ ਹੈ, ਸਗੋਂ ਇਸ ਲਈ ਜ਼ਰੂਰੀ ਹੈ। ਪ੍ਰੋਫੈਸਰ ਪੋਲਾਰਡ ਅਨੁਸਾਰ ਸੁਤੰਤਰਤਾ ਦੀ ਸਮੱਸਿਆ ਦਾ ਇੱਕੋ ਇੱਕ ਹੱਲ ਸਮਾਨਤਾ ਵਿੱਚ ਹੈ। ਇਸ ਦੇ ਪੱਖ ਵਿੱਚ ਹੇਠ ਲਿਖੀਆਂ ਦਲੀਲਾਂ ਹਨ। ਦੋਹਾਂ ਦਾ ਉਦੇਸ਼ ਵਿਅਕਤੀ ਦੇ ਵਿਕਾਸ ਲਈ ਉਚਿਤ ਵਾਤਾਵਰਣ ਪੈਦਾ ਕਰਨਾ ਹੈ। ਸੁਤੰਤਰਤਾ ਮਿਲਣ ਲਈ ਸਮਾਨਤਾ ਦੀ ਜ਼ਰੂਰਤ ਹੈ। ਨਾਗਰਿਕ ਸੁਤੰਤਰਤਾ ਲਈ ਕਾਨੂੰਨ ਸਾਹਮਣੇ ਬਰਾਬਰੀ ਜ਼ਰੂਰੀ ਹੈ। ਸੁਤੰਤਰਤਾ ਅਤੇ ਸਮਾਨਤਾ ਲੋਕਤੰਤਰ ਦੇ ਥੰਮ ਹਨ। ਸੁਤੰਤਰਤਾ ਅਤੇ ਸਮਾਨਤਾ ਦੇ ਆਪਸੀ ਸੰਬੰਧਾਂ ਬਾਰੇ ਦੋਹਾਂ ਪੱਖਾਂ ਨੂੰ ਪੜ੍ਹ ਕੇ ਅਸੀਂ ਇਸ ਸਿੱਟੇ 'ਤੇ ਪੁੱਜਦੇ ਹਾਂ ਕਿ ਸੁਤੰਤਰਤਾ ਦੀ ਅਣਹੋਂਦ ਵਿੱਚ ਸਮਾਨਤਾ ਅਤੇ ਸਮਾਨਤਾ ਦੀ ਅਣਹੋਂਦ ਵਿੱਚ ਸੁਤੰਤਰਤਾ ਸੰਭਵ ਨਹੀਂ। ਸਮਾਨਤਾ ਦੀਆਂ ਵੱਖ-ਵੱਖ ਕਿਸਮਾਂ ਦਾ ਅਧਿਐਨ ਕਰਨ 'ਤੇ ਅਸੀਂ ਇਹੀ ਅਨੁਭਵ ਕਰਦੇ ਹਾਂ ਕਿ ਵਿਅਕਤੀ ਦੇ ਬਹੁਪੱਖੀ ਵਿਕਾਸ ਲਈ ਹਰ ਪ੍ਰਕਾਰ ਦੀ ਸਮਾਨਤਾ ਅਤਿ ਲੋੜੀਂਦੀ ਹੈ। ਠੀਕ ਹੈ, ਆਹ ਮਹੱਤਵਪੂਰਨ ਪ੍ਰਸ਼ਨ ਨੇ ਕਿ ਇਹਨਾਂ ਨੂੰ ਤੁਸੀਂ ਆਪਣੀ